हाँ जी स्टूडेंट्स, इस वीडियो ਦੇ ਵਿੱਚ मैं क्लास 12th सब्जैक्ट फिजिकल एजुकेशन एंड स्पोर्ट्स ਸਰੀਰਕ ਸਿੱਖਿਆ ਤੇ ਖੇਡਾਂ ਦਾ ਚੈਪਟਰ ਨੰਬਰ ਫਸਟ ਸਰੀਰਕ ਯੋਗਤਾ ਫਿਜ਼ੀਕਲ ਫਿਟਨੈਸ ਦੇ ਜਿਹੜੇ ਕਿ ਸ਼ਾਰਟ ਕੁਐਸਚਨ ਵਨ ਲਾਈਨਰ ਕੁਐਸਚਨਸ ਲੈ ਕੇ ਆਈਆਂ ਜੋ ਕਿ ਤੁਹਾਡੇ ਐਗਜ਼ਾਮ ਦੇ ਲਈ ਬੈਨੀਫੀਸ਼ੀਅਲ ਹੋਣਗੇ। ਇਹ ਸ਼ਾਰਟ ਕੁਐਸਚਨਸ ਨੇ ਬਟ ਐਗਜ਼ਾਮ ਦਾ ਤੁਹਾਨੂੰ ਜਿਹੜੇ ਕਿ MCQs ਬੇਸਡ ਆਏਗਾ। ਬਟ ਅਗਰ ਤੁਹਾਨੂੰ ਵਨ ਲਾਈਨਰ ਕੁਐਸਚਨਸ ਦੇ ਆਨਸਰਸ ਲਰਨ ਨੇ ਦੈਨ ਤੁਸੀਂ ਬਹੁਤ ਹੀ ਜਿਹੜੇ ਕਿ ਆਪਣੇ ਸੋਲਵ ਕਰ ਪਾਓਗੇ ਆਪਣੇ MCQs। ਤੇ ਇਸ ਤੋਂ ਪਹਿਲਾਂ ਵੀ ਜਿਹੜੇ ਕਿ 2 ਚੈਪਟਰ ਨੇ ਸੈਕਿੰਡ ਤੇ ਥਰਡ ਉਹ ਅਪਲੋਡ ਕੀਤੇ ਹੋਏ ਨੇ। ਦਸੰਬਰ ਐਗਜ਼ਾਮ ਦੇ ਵਿੱਚ ਤੁਹਾਨੂੰ 3 ਹੀ ਚੈਪਟਰ ਆਉਣੇ ਨੇ, ਸਿਲੇਬਸ ਦੇ ਵਿੱਚ 3 ਹੀ ਚੈਪਟਰ ਨੇ, ਤਾਂ 3 ਚੈਪਟਰ 2 ਚੈਪਟਰ ਪਹਿਲਾਂ ਅਪਲੋਡ ਕੀਤੇ ਹੋਏ ਨੇ। ਇਹਨਾਂ ਤਿੰਨਾਂ ਦੀ ਪਲੇਲਿਸਟ ਆ ਜਿਹੜੀ ਕਿ ਤਿਆਰ ਕਰ ਦਿੱਤੀ ਗਈ ਆ ਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਜਾਊਗਾ। ਅਗਰ ਤੁਸੀਂ ਬਾਕੀ ਜਿਹੜੇ ਕਿ 2 ਚੈਪਟਰ ਨਹੀਂ ਦੇਖੇ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਵਾਚ ਕਰ ਲੈਣਾ। ਹਾਂਜੀ ਸਟਾਰਟ ਕਰਦੇ ਹਾਂ ਸਟੂਡੈਂਟਸ। ਫਸਟ ਹੈ ਰਫਤਾਰ ਦੇ 2 ਪ੍ਰਕਾਰਾਂ ਦੀ ਸੂਚੀ ਲਿਖੋ। ਹੁਣ ਰਫਤਾਰ ਦੇ ਜਿਹੜੇ 2 ਪ੍ਰਕਾਰ ਨੇ ਉਹਨਾਂ ਦੀ ਸੂਚੀ ਤਿਆਰ ਕਰਨੀ ਹੈ, ਮਤਲਬ ਕਿ ਕਿਹੜੇ ਨੇ। ਜਿਵੇਂ ਕੁਐਸਚਨ ਆ ਸਕਦੇ ਕਿ ਰਫਤਾਰ ਦੇ 2 ਪ੍ਰਕਾਰ ਕਿਹੜੇ ਨੇ, ਤਾਂ ਪ੍ਰਤੀਕਿਰਿਆ ਰਫਤਾਰ, ਸੈਕਿੰਡ ਆ ਤੇਜ਼ ਰਫਤਾਰ ਦੀ ਯੋਗਤਾ ਜਾਂ ਗਤੀ ਯੋਗਤਾ। ਸੈਕਿੰਡ ਕੁਐਸਚਨ ਆ ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ। ਹੁਣ ਸਹਿਣਸ਼ੀਲਤਾ ਦੇ ਕਿੰਨੇ ਭਾਗਾਂ ਵਿੱਚ ਵੰਡਿਆ ਸਕਦਾ, 2 ਪ੍ਰਕਾਰ। ਨੈਕਸਟ ਆ ਤਾਕਤ ਕਿੰਨੀ ਪ੍ਰਕਾਰ ਦੀ ਹੁੰਦੀ ਆ। ਹੁਣ ਤਾਕਤ ਆ ਜਿਹੜੀ ਕਿ 2 ਪ੍ਰਕਾਰ ਦੀ ਹੁੰਦੀ ਆ, ਗਤੀਸ਼ੀਲ ਤਾਕਤ ਤੇ ਸਥਿਰ ਤਾਕਤ। ਇੱਕ ਸਟੂਡੈਂਟ ਕੁਐਸਚਨ ਇਹ ਵੀ ਹੁੰਦਾ ਕਿ ਸਰੀਰਕ ਸਿੱਖਿਆ ਦੇ ਅੰਗ ਕਿਹੜੇ ਨੇ, ਤਾਂ ਸਰੀਰਕ ਸਿੱਖਿਆ ਦੇ ਮੁੱਖ ਤੌਰ ਤੇ ਜਿਹੜੇ ਕਿ ਸਰੀਰਕ ਸਿੱਖਿਆ ਦੇ ਮੁੱਖ ਤੌਰ ਤੇ ਅੰਗ ਜਿਹੜੇ ਕਿ ਕਿੰਨੇ ਨੇ, ਤਾਂ ਉਹ ਨੇ 5 ਅੰਗ ਨੇ। ਸਰੀਰਕ ਸਿੱਖਿਆ ਦੇ ਮੁੱਖ ਅੰਗ ਨੇ ਜਿਹੜੇ ਕਿ 5 ਨੇ, ਜਿਵੇਂ ਨੰਬਰ ਫਸਟ ਤਾਕਤ ਤੇ ਗਤੀ ਸਹਿਣਸ਼ੀਲਤਾ, ਲਚਕ, ਤਾਲਮੇਲ, ਯੋਗਤਾ। ਨੰਬਰ ਫਸਟ ਤਾਕਤ ਹੋ ਗਿਆ, ਸੈਕਿੰਡ ਗਤੀ ਹੋ ਗਿਆ, ਥਰਡ ਜਿਹੜੇ ਕਿ ਸਹਿਣਸ਼ੀਲਤਾ ਹੋ ਗਿਆ, ਫੋਰਥ ਲਚਕ ਹੋ ਗਿਆ ਤੇ ਫਿਫਥ ਆ ਤਾਲਮੇਲ, ਯੋਗਤਾ। ਇਹ 5 ਜਿਹੜੇ ਕਿ ਸਰੀਰਕ ਸਿੱਖਿਆ ਦੇ ਅੰਗ ਨੇ, ਤਾਲਮੇਲ, ਯੋਗਤਾ। ਇਸ ਤੋਂ ਇਲਾਵਾ ਸਟੂਡੈਂਟਸ ਤੁਸੀਂ ਬੁੱਕ ਦੇ ਵਿੱਚੋਂ ਚੈਪਟਰ ਜ਼ਰੂਰ 3 ਰੀਡ ਕਰ ਲੈਣੇ ਨੇ, ਉਹਨਾਂ ਦੇ ਵਿੱਚੋਂ ਤਾਂ ਸਾਰੇ MCQs ਕਲੀਅਰ ਹੋ ਜਾਂਦੇ ਨੇ। ਤੇ ਬੁੱਕ ਦੇ ਵਿੱਚ ਤੇ ਜਦੋਂ ਕੁਐਸਚਨ ਸਟੂਡੈਂਟ ਇਹ ਹੋਵੇ ਕਿ ਮੁੱਖ ਤੌਰ ਤੇ ਤਾਕਤ ਦੇ ਜਿਹੜੇ ਕਿ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ, ਤਾਂ ਫਿਰ 3 ਭਾਗ, ਵੱਧ ਤੋਂ ਵੱਧ ਤਾਕਤ, ਵਿਸਫੋਟਕ ਤਾਕਤ ਤੇ ਤਾਕਤ ਸਹਿਣਸ਼ੀਲਤਾ। ਠੀਕ ਹੈ, ਇਹ ਬੁੱਕ ਦੇ ਵਿੱਚ ਵੀ ਮੁੱਖ ਤੌਰ ਤੇ ਤਾਕਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ, ਤਾਂ ਉਹ 3 ਨੇ, ਵੱਧ ਤੋਂ ਵੱਧ ਤਾਕਤ, ਵਿਸਫੋਟਕ ਤਾਕਤ ਤੇ ਤਾਕਤ ਸਹਿਣਸ਼ੀਲਤਾ। ਤੇ ਸਰੀਰਕ ਯੋਗਤਾ ਦੇ ਬਾਕੀ ਜਿਹੜੇ ਸਾਰੇ ਅੰਗ ਨੇ ਉਹ ਕਿਹਦੇ ਤੇ ਨਿਰਭਰ ਕਰਦੇ ਨੇ, ਉਹ ਤਾਕਤ ਤੇ ਨਿਰਭਰ ਕਰਦੇ ਨੇ। ਹਾਂਜੀ ਸਟੂਡੈਂਟ ਨੈਕਸਟ ਕੁਐਸਚਨ ਨੰਬਰ 4th, ਕਿਸ ਉਮਰ ਵਿੱਚ ਭਾਰ ਸਿਖਲਾਈ ਸ਼ੁਰੂ ਕੀਤੀ ਜਾ ਸਕਦੀ ਹੈ, ਤਾਂ ਉਹ ਕੀਤੀ ਜਾ ਸਕਦੀ ਹੈ 18 ਸਾਲ ਤੋਂ। ਠੀਕ ਹੈ, ਨੈਕਸਟ ਹੈ ਨੰਬਰ 5th, ਸਰੀਰਕ ਯੋਗਤਾ ਦੇ ਕੋਈ 2 ਮਹੱਤਵ ਲਿਖਣੇ ਨੇ। ਤਾਂ ਫਸਟ ਹੈ ਸੰਪੂਰਨ ਤੰਦਰੁਸਤੀ, ਸੈਕਿੰਡ ਆ ਭਾਰ ਪ੍ਰਬੰਧਨ। 6th ਹੈ ਸਰੀਰਕ ਯੋਗਤਾ ਦੇ ਅੰਗ, ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਕਿ ਸਰੀਰਕ ਸਿੱਖਿਆ ਦੇ ਅੰਗ, ਤਾਂ ਸਰੀਰਕ ਯੋਗਤਾ ਵੀ ਲਿਖਿਆ ਸਕਦਾ, ਉਹੀ ਆ ਗਿਆ ਇਹ। ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ ਤੇ ਤਾਲਮੇਲ, ਯੋਗਤਾ। ਠੀਕ ਹੈ, ਇੱਥੇ ਇਹਨਾਂ ਨੇ ਜਿਹੜੇ ਕਿ ਇੱਕ ਫੁਰਤੀ ਨੂੰ ਐਡ ਕਰਤਾ, ਬਟ ਜਦੋਂ ਆਪਾਂ ਬੁੱਕ ਦੇ ਵਿੱਚ ਚੈੱਕ ਕਰਦੇ ਹਾਂ ਤਾਂ ਸਰੀਰਕ ਸਿੱਖਿਆ ਦੇ ਮੁੱਖ ਅੰਗ ਆ ਜਿਹੜੇ ਕਿ 5 ਨੇ। ਨੈਕਸਟ 7th, ਗਤੀਸ਼ੀਲ ਤਾਕਤ ਦਾ ਦੂਜਾ ਨਾਮ ਕੀ ਹੈ, ਤਾਂ ਗਤੀਸ਼ੀਲ ਤਾਕਤ ਦਾ ਦੂਜਾ ਨਾਮ ਹੈਗਾ ਆਈਸੋਟੋਨਿਕ। ਤੇ ਸਟੂਡੈਂਟ ਇੱਕ ਇਹ ਵੀ ਤੁਸੀਂ ਜਦੋਂ ਵਨ ਲਾਈਨਰ ਕੁਐਸਚਨ ਯਾਦ ਕਰਦੇ ਹੁੰਦੇ ਹੋ ਤਾਂ ਇਹ ਵੀ ਮਾਈਂਡ 'ਚ ਰੱਖਿਆ ਕਰੋ ਕਿ ਜਿਹੜਾ ਕਿ ਆਨਸਰ ਹੈ, ਕਈ ਵਾਰ ਆਨਸਰ ਤੋਂ ਵੀ ਕੁਐਸਚਨ ਬਣ ਸਕਦਾ, ਜਿਵੇਂ ਆਈਸੋਟੋਨਿਕ ਕਿਸ ਦਾ ਦੂਜਾ ਨਾਂ ਹੈ, ਤਾਂ ਆਨਸਰ ਆਊਗਾ ਗਤੀਸ਼ੀਲ ਤਾਕਤ ਦਾ। ਨੈਕਸਟ ਆ ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ, ਤਾਂ ਸਥਿਰ ਤਾਕਤ ਨੂੰ ਜਾਣਿਆ ਜਾਂਦਾ ਆਈਸੋਮੀਟਰਿਕ। ਦੋਨੋਂ ਯਾਦ ਰੱਖਣੇ ਨੇ। ਜਿਹੜੀ ਤਾਂ ਗਤੀਸ਼ੀਲ ਤਾਕਤ ਆ ਉਹਨੂੰ ਆਈਸੋਟੋਨਿਕ ਹੈ ਪਿੱਛੇ, ਤੇ ਸਥਿਰ ਤਾਕਤ ਨੂੰ ਆਈਸੋਮੀਟਰਿਕ, ਸਥਿਰ ਨੂੰ ਮੀਟਰਿਕ, ਆਈਸੋਮੀਟਰਿਕ। ਨੈਕਸਟ ਨੰਬਰ 9 ਤੇ ਸੰਤੁਲਨ ਤੋਂ ਕੀ ਭਾਵ ਆ। ਆਨਸਰ ਆ ਸਰੀਰ ਦੀ ਉਹ ਸਥਿਤੀ ਚਾਹੇ ਉਹ ਸਥਿਰ ਹੋਵੇ ਜਾਂ ਗਤੀ ਵਿੱਚ ਤੇ ਕੰਟਰੋਲ ਰੱਖਣਾ, ਮਤਲਬ ਕਿ ਚਾਹੇ ਸਥਿਤੀ ਹੈ ਜਿਹੜੀ ਕਿ ਸਰੀਰ ਦੀ ਗਤੀ ਦੇ ਵਿੱਚ ਹੋਵੇ ਚਾਹੇ ਸਥਿਰ ਹੋਵੇ, ਬਟ ਉਹਦੇ ਵਿੱਚ ਕੰਟਰੋਲ ਰੱਖਣਾ।
ਨੈਕਸਟ ਆ ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਤਾਂ ਲਚਕ ਹੈ ਜਿਹੜੀ ਕਿ 2 ਪ੍ਰਕਾਰ ਦੀ ਹੈ, ਸਥਿਰ ਲਚਕ ਤੇ ਗਤੀਸ਼ੀਲ ਲਚਕ, ਸਥਿਰ ਤੇ ਗਤੀਸ਼ੀਲ। ਨੰਬਰ 11 ਤਾਲਮੇਲ ਯੋਗਤਾ ਦੇ ਕੋਈ 2 ਨਾਮ ਲਿਖਣੇ ਨੇ, ਤਾਂ ਸਥਿਤੀ ਨਿਰਧਾਰਨ ਸੰਯੋਜਨ ਦੀ ਯੋਗਤਾ। ਨੰਬਰ 12 ਫੁਰਤੀ ਨੂੰ ਵਧਾਉਣ ਦੇ ਤਰੀਕੇ, ਤਾਂ ਫੁਰਤੀ ਨੂੰ ਸੈਟਲ ਰਨ, ਪੌੜੀਨੁਮਾ ਜੰਪ ਨਾਲ ਜਿਹੜੇ ਕਿ ਵਧਾਇਆ ਜਾ ਸਕਦਾ ਹੈ। ਨੈਕਸਟ ਨੰਬਰ 13 ਤੇ ਵਿਲੀਅਮ ਸਰੀਰਕ ਯੋਗਤਾ ਪ੍ਰਤੀ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟਾਉਂਦੇ ਨੇ, ਤਾਂ ਇਹ ਡੈਫੀਨੇਸ਼ਨ ਹੈ। ਤਾਂ ਵਿਲੀਅਮ ਦੇ ਅਨੁਸਾਰ ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ। ਜਿਵੇਂ ਉੱਥੇ ਪਾ ਸਕਦੇ ਨੇ ਕਿ ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ, ਇਹ ਕਿਹਨਾਂ ਦੀ ਪਰਿਭਾਸ਼ਾ ਹੈ, ਤਾਂ ਕਿਹਨਾਂ ਨੇ ਕਿਹਾ, ਤਾਂ ਇਹ ਕਿਹਨਾਂ ਨੇ ਵਿਚਾਰ ਪ੍ਰਗਟ ਕੀਤੇ ਨੇ, ਤਾਂ ਇਹ ਵਿਲੀਅਮ ਨੇ। ਨੈਕਸਟ ਆ ਤਾਕਤ ਕੀ ਹੈ, ਨੰਬਰ 14 ਤੇ ਆਨਸਰ ਆ ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ ਬਲ ਪੈਦਾ ਕਰਦੀ ਹੈ ਉਸ ਨੂੰ ਤਾਕਤ ਕਿਹਾ ਜਾਂਦਾ। ਤਾਕਤ ਕੀ ਆ, ਵੀ ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ ਬਲ ਪੈਦਾ ਕਰਦੀ ਹੈ। ਨੰਬਰ 15 ਤੇ ਮੈਕਸ ਮੂਲਰ ਦੇ ਵਿਚਾਰ ਦੇ ਅਨੁਸਾਰ ਜਿਹੜੇ ਕਿ ਤਾਕਤ ਤੋਂ ਕੀ ਭਾਵ ਹੈ ਸ਼ਬਦਾਂ ਵਿੱਚ, ਤਾਂ ਮੂਲਰ ਦੇ ਅਨੁਸਾਰ ਹੈ ਜਿਹੜੇ ਕਿ ਮੈਕਸ ਮੂਲਰ ਨਹੀਂ ਆ, ਓਨਲੀ ਮੂਲਰ ਹੈ। ਮੈਕਸ ਮੂਲਰ ਦਾ ਹਿਸਟਰੀ ਦੇ ਵਿੱਚ ਮੇਰੇ ਮਾਈਂਡ 'ਚ ਆ ਗਿਆ, ਮੂਲਰ ਓਨਲੀ। ਮੂਲਰ ਦੇ ਅਨੁਸਾਰ ਹੈ ਜਿਹੜੀ ਕਿ ਤਾਕਤ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾ ਸਕਦਾ, ਉਹ ਬਲ ਜੋ ਕਿ ਮਾਸਪੇਸ਼ੀ ਜ਼ਿਆਦਾ ਤੋਂ ਜ਼ਿਆਦਾ ਵਿਰੋਧ ਦੇ ਵਿਰੁੱਧ ਲਗਾਉਂਦੀ ਹੈ, ਇਸ ਨੂੰ ਪਾਊਂਡ ਅਤੇ ਕਿਲੋਗ੍ਰਾਮ ਦੀ ਇਕਾਈ ਵਿੱਚ ਮਾਪਿਆ ਜਾਂਦਾ, ਉਹਨੂੰ ਕੀ ਕਹਿੰਦੇ ਨੇ, ਤਾਕਤ ਕਹਿੰਦੇ ਨੇ। ਹੁਣ ਜਿਵੇਂ ਇਹ ਵੀ ਬਣ ਸਕਦਾ MCQ ਇਹਦੇ ਵਿੱਚੋਂ ਕਿ ਤਾਕਤ ਨੂੰ ਜਿਹੜੇ ਕਿ ਕਿਸ ਦੇ ਵਿੱਚ ਮਾਪਿਆ ਜਾਂਦਾ, ਪਾਊਂਡ ਤੇ ਕਿਲੋਗ੍ਰਾਮ ਦੀ ਇਕਾਈ ਦੇ ਵਿੱਚ। ਨੈਕਸਟ ਨੰਬਰ 16 ਤੇ ਮੈਥਿਊਜ਼ ਤਾਕਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ, ਹਾਂਜੀ ਇਹਦੇ ਅਨੁਸਾਰ ਪਰਿਭਾਸ਼ਾ ਹੈ ਮਾਸਪੇਸ਼ੀਆਂ ਦੀ ਤਾਕਤ ਉਹ ਸ਼ਕਤੀ ਹੁੰਦੀ ਹੈ ਜੋ ਇੱਕ ਮਾਸਪੇਸ਼ੀ ਅਤੇ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਵੱਧ ਤੋਂ ਵੱਧ ਜਨਤਾ ਨਾਲ ਵਿਰੋਧ ਦੇ ਵਿਰੁੱਧ ਲਗਾਉਂਦਾ ਹੈ। ਨੈਕਸਟ ਹੈ ਸਥਿਰ ਤਾਕਤ ਕੀ ਹੈ, ਤਾਂ ਸਥਿਰ ਤਾਕਤ ਕੀ ਹੈ, ਉੱਥੇ ਜਿਹੜੀ ਕਿ ਤੁਹਾਨੂੰ ਇਹ ਸਾਰਾ ਪਾ ਕੇ ਆਪਸ਼ਨਸ ਪੁੱਛ ਸਕਦੇ ਨੇ ਕਿ ਸਥਿਰ ਤਾਕਤ ਆ ਜਾਂ ਕਿਹੜੀ ਤਾਕਤ ਆ, ਵਿਸਫੋਟਕ ਤਾਕਤ ਆ, ਤਾਂ ਇਹ ਵਿਰੋਧ ਦੇ ਵਿਰੁੱਧ ਕਿਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਹ ਕਿਹੜੀ ਯੋਗਤਾ ਹੁੰਦੀ ਹੈ, ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਸ ਵਿੱਚ ਮਾਸਪੇਸ਼ੀ ਇਸ ਦੇ ਵਿੱਚ ਜਿਹੜੀ ਕਿ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਣਾਅ ਦਾ ਵਿਕਾਸ ਕਰਦੀ ਹੈ, ਜਿਵੇਂ ਕੰਧ ਨੂੰ ਧੱਕਾ ਲਗਾਉਣਾ। ਹੁਣ ਸਥਿਰ ਤਾਕਤ ਦੀ ਜਿਹੜੀ ਕਿ ਐਗਜ਼ਾਮਪਲ ਆ ਜਿਵੇਂ ਕੰਧ ਨੂੰ ਧੱਕਾ ਲਗਾਉਣਾ, ਜਿਹਦੇ ਵਿੱਚ ਮਾਸਪੇਸ਼ੀ ਯੋਗਤਾ ਹੁੰਦੀ ਹੈ। ਅੱਗੇ ਵਿਸਫੋਟਕ ਤਾਕਤ, ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ। ਹੁਣ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ, ਉਹ ਕੀ ਹੁੰਦਾ, ਉਹ ਵਿਸਫੋਟਕ ਤਾਕਤ ਹੁੰਦੀ ਹੈ। ਸਮਝ ਕੇ ਪੜ੍ਹਨਾ ਇਹ ਸਾਰਾ, ਤਾਂ ਹੀ ਤੁਸੀਂ MCQ ਦਾ ਜਿਹੜੇ ਕਿ ਉੱਥੇ ਫਾਈਂਡ ਕਰ ਪਾਓਗੇ ਵੀ ਕੀ ਆਨਸਰ ਉਹਨਾਂ ਦਾ। ਹੁਣ ਗਤੀ ਅਤੇ ਤਾਕਤ ਦਾ ਮਿਸ਼ਰਣ ਕੀ ਹੋਗਾ, ਵਿਸਫੋਟਕ ਤਾਕਤ। ਇਹ ਗਤੀ ਦੇ ਵਿਰੋਧ 'ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ। ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਹੁਣ ਵਿਸਫੋਟਕ ਦੇ ਵਿੱਚ ਕਿਹੜੇ ਹੁੰਦੇ ਨੇ, ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ, ਉੱਚੀ ਕੁੱਦ ਮਤਲਬ ਕਿ ਲੰਬੀ ਛਾਲ, ਉੱਚੀ ਛਾਲ ਵਿੱਚ ਜਿਹੜੀ ਕਿ ਦੇਖੀ ਜਾ ਸਕਦੀ ਹੈ। ਮਤਲਬ ਕਿ ਇਹਨਾਂ ਸਾਰੇ ਐਗਜ਼ਾਮਪਲਸ ਦੇ ਵਿੱਚ ਕਿਹੜੀ ਹੁੰਦੀ ਹੈ, ਵਿਸਫੋਟਕ ਤਾਕਤ ਹੁੰਦੀ ਹੈ। ਨੈਕਸਟ ਆ ਤਾਕਤ ਸਹਿਣਸ਼ੀਲਤਾ ਨੂੰ ਦੱਸਣਾ ਕੀ ਹੈ, ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਆ। ਹੁਣ ਕੁਐਸਚਨ ਐਵੇਂ ਬਣ ਸਕਦਾ ਕਿ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਕੀ ਆ, ਤਾਕਤ ਸਹਿਣਸ਼ੀਲਤਾ। ਜਿਵੇਂ ਗਤੀ ਅਤੇ ਤਾਕਤ ਦਾ ਮਿਸ਼ਰਣ ਕੀ ਆ, ਵਿਸਫੋਟਕ ਤਾਕਤ ਹੈ। ਅਤੇ ਇਹ ਵਿਰੋਧ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਅਤੇ ਲੰਬੀ ਦੂਰੀ ਦੀਆਂ ਦੌੜਾਂ, ਹੁਣ ਐਵੇਂ ਵੀ ਬਣ ਸਕਦਾ ਕਿ ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ, ਸਾਈਕਲਿੰਗ, ਇਹ ਕਿਹਦੀਆਂ ਉਦਾਹਰਨਾਂ ਨੇ, ਤਾਂ ਇਹ ਨੇ ਤਾਕਤ ਸਹਿਣਸ਼ੀਲਤਾ ਦੀਆਂ। ਹੁਣ ਅਗਰ ਐਵੇਂ ਵੀ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ, ਇਹ ਕਿਹਦੀਆਂ ਜਿਹੜੇ ਕਿ ਐਗਜ਼ਾਮਪਲਸ ਨੇ ਕਿਹਨਾਂ ਤੋਂ, ਵਿਸਫੋਟਕ ਤਾਕਤ ਦੀਆਂ ਨੇ। ਹੁਣ ਇਹ ਤਾਕਤ ਸਹਿਣਸ਼ੀਲਤਾ ਦੇ ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ, ਸਾਈਕਲਿੰਗ, ਇਹ ਸਾਰੀਆਂ ਨੇ। ਨੈਕਸਟ ਆ ਕੀ ਸਥਿਰ ਤਾਕਤ ਵਿੱਚ ਮਾਸਪੇਸ਼ੀ ਆਪਣੀ ਲੰਬਾਈ ਬਦਲਦੀ ਹੈ, ਤਾਂ ਆਨਸਰ ਆ ਨਹੀਂ। 21 ਬੁਨਿਆਦੀ ਸਹਿਣਸ਼ੀਲਤਾ ਕੀ ਹੈ, ਤਾਂ ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ 'ਤੇ ਐਰੋਬਿਕ ਸਹਿਣਸ਼ੀਲਤਾ ਨਿਰਭਰ ਕਰਦੀ ਆ। ਤਾਂ ਬੁਨਿਆਦੀ ਸਹਿਣਸ਼ੀਲਤਾ ਕਿਸ 'ਤੇ ਨਿਰਭਰ ਕਰਦੀ ਹੈ, ਉਹ ਕਰਦੀ ਹੈ ਐਰੋਬਿਕ ਸਹਿਣਸ਼ੀਲਤਾ 'ਤੇ। ਅਤੇ ਐਰੋਬਿਕ ਤੋਂ ਭਾਵ ਹੈ ਜਿਸ ਵਿੱਚ ਆਕਸੀਜਨ ਦੀ ਪੂਰਤੀ ਕਸਰਤ ਅਤੇ ਅਭਿਆਸ ਨਾਲ ਮਿਲਦੀ ਰਹੇ। ਹੁਣ ਐਰੋਬਿਕ ਕੀ ਹੈ, ਵੀ ਜਿਸ ਦੇ ਵਿੱਚ ਆਕਸੀਜਨ ਦੀ ਪੂਰਤੀ ਕਸਰਤ ਅਤੇ ਅਭਿਆਸਾਂ ਨਾਲ ਮਿਲਦੀ ਆ, ਉਹ ਕੀ ਹੁੰਦੀ ਹੈ, ਐਰੋਬਿਕ। 22 ਆ ਆਮ ਸਹਿਣਸ਼ੀਲਤਾ ਕੀ ਆ, ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕਿਰਿਆਵਾਂ 'ਤੇ ਨਿਰਭਰ ਕਰਦੀ ਆ। ਹੁਣ ਐਰੋਬਿਕਸ ਅਤੇ ਐਨਰੋਬਿਕਸ 'ਤੇ ਕਿਹੜੀਆਂ 'ਤੇ ਨਿਰਭਰ ਕੌਣ ਕਰਦਾ, ਤਾਂ ਆਮ ਸਹਿਣਸ਼ੀਲਤਾ। ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਆ। ਇਹ ਸਹਿਣਸ਼ੀਲਤਾ ਖਿਡਾਰੀਆਂ ਨੂੰ ਬਿਨਾਂ ਥਕਾਵਟ
ਦੇ ਲੰਬੇ ਸਮੇਂ ਦੇ ਕੰਮ ਕਰਨ ਦੀ ਯੋਗ ਬਣਾਉਂਦੀ ਹੈ। ਲੰਬੇ ਸਮੇਂ ਤੇ ਕੰਮ ਕਰਨ ਦੀ ਯੋਗ ਜਿਹੜੀ ਕਿ ਇਹ ਬਣਾਉਂਦੀ ਹੈ। ਹਾਂਜੀ, ਨੈਕਸਟ ਆ ਆਮ ਸਹਿਣਸ਼ੀਲਤਾ। ਕਿਸ ਸਹਿਣਸ਼ੀਲਤਾ ਦਾ ਹਿੱਸਾ? ਤਾਂ ਆਮ ਸਹਿਣਸ਼ੀਲਤਾ ਕਿਸ ਦਾ ਹਿੱਸਾ? ਇਹ ਕਿਰਿਆ ਦੇ ਸੁਭਾਅ ਅਨੁਸਾਰ ਦਾ, ਇਹ ਕਿਰਿਆ ਦੇ ਸੁਭਾਅ ਅਨੁਸਾਰ ਦਾ। ਹਾਂਜੀ ਸਟੂਡੈਂਟਸ, ਬਾਕੀ ਵੀਡੀਓਜ਼ ਨੂੰ ਜ਼ਰੂਰ ਦੇਖ ਲਿਓ, ਜਿਹੜੇ ਕਿ ਤਿੰਨੇ ਚੈਪਟਰ ਨੇ, ਤਿੰਨੇ ਚੈਪਟਰ ਤੁਸੀਂ ਚੰਗੇ ਤਰੀਕੇ ਨਾਲ ਜਿਹੜੇ ਕਿ ਵਾਚ ਕਰ ਲਿਓ। ਨੈਕਸਟ 24, ਜੇਕਰ ਕਿਸੇ ਮੁੱਕੇਬਾਜ਼ ਨੂੰ 3 ਮਿੰਟ ਵਿੱਚ ਆਪਣੀ ਬਾਊਟ ਖਤਮ ਕਰਨੀ ਹੈ ਤਾਂ ਉਸ ਨੂੰ ਕਿਸ ਪ੍ਰਕਾਰ ਦੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ? ਤਾਂ ਉਸ ਨੂੰ ਹੋਣੀ ਚਾਹੀਦੀ ਹੈ ਵਿਸ਼ੇਸ਼ ਸਹਿਣਸ਼ੀਲਤਾ ਦੀ। ਕਿਸ ਪ੍ਰਕਾਰ ਦੀ ਜ਼ਰੂਰਤ ਹੋਣੀ ਚਾਹੀਦੀ ਹੈ? ਵਿਸ਼ੇਸ਼ ਸਹਿਣਸ਼ੀਲਤਾ ਦੀ। ਨੈਕਸਟ ਹੈ ਐਰੋਬਿਕ ਤੋਂ ਕੀ ਭਾਵ ਹੈ? ਹੁਣ ਐਰੋਬਿਕ ਤੋਂ ਭਾਵ ਜਿਸ ਵਿੱਚ, ਉੱਪਰ ਹੀ ਆ ਗਿਆ ਦੇਖੋ, ਐਵੇਂ ਕੁਐਸਚਨ ਆਉਂਦੇ ਹੁੰਦੇ ਨੇ। ਐਰੋਬਿਕ ਤੋਂ ਕੀ ਭਾਵ ਹੈ? ਜਿਸ ਵਿੱਚ ਆਕਸੀਜਨ ਦੀ ਪੂਰਤੀ ਕਸਰਤ ਅਤੇ ਅਭਿਆਸਾਂ ਦੌਰਾਨ ਪ੍ਰਾਪਤ ਹੁੰਦੀ ਹੈ। ਆਹ ਵਾਲੀ ਦੇਖੋ ਹੁਣ ਲਾਈਨ ਚੱਕ ਕੇ ਇਹਨਾਂ ਨੇ ਕੁਐਸਚਨ ਤਿਆਰ ਕਰਤਾ। ਐਰੋਬਿਕ ਤੋਂ ਕੀ ਭਾਵ ਹੈ ਨਾ? ਤਾਂ ਮਤਲਬ ਕਿ ਹਰ ਕੁਐਸਚਨ ਨੂੰ ਚੰਗੇ ਤਰੀਕੇ ਨਾਲ ਤੁਸੀਂ ਰੀਡ ਕਰਿਆ ਕਰੋ। ਐਰੋਬਿਕ ਤੋਂ ਕੀ ਭਾਵ ਆ? ਜਿਸ ਵਿੱਚ ਆਕਸੀਜਨ ਦੀ ਪੂਰਤੀ ਕਸਰਤ ਅਤੇ ਅਭਿਆਸਾਂ ਦੌਰਾਨ ਪ੍ਰਾਪਤ ਹੁੰਦੀ ਹੈ। ਨੈਕਸਟ 26 ਤੇ ਆ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਆਪਣੇ ਸ਼ਬਦਾਂ ਵਿੱਚ ਦੱਸਣਾ। ਹੁਣ ਵੀ ਮੱਧ ਸਹਿਣਸ਼ੀਲਤਾ ਕੀ ਹੈ? ਤਾਂ ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿੱਚ ਪੈਂਦੀ ਹੈ ਜੋ 2 ਤੋਂ 10 ਮਿੰਟ ਦੇ ਵਿੱਚ ਖਤਮ ਹੁੰਦੇ ਨੇ। ਹੁਣ ਕੁਐਸਚਨ ਐਵੇਂ ਆ ਸਕਦਾ ਕਿ 2 ਤੋਂ 10 ਮਿੰਟ ਦੇ ਵਿੱਚ ਜਿਹੜੇ ਖਤਮ ਹੁੰਦੇ ਨੇ ਮੁਕਾਬਲੇ, ਉਹਨਾਂ ਦੇ ਵਿੱਚ ਕਿਹੜੀ ਸਹਿਣਸ਼ੀਲਤਾ ਹੁੰਦੀ ਹੈ? ਤਾਂ ਉਹਨਾਂ ਦੇ ਵਿੱਚ ਮੱਧ ਸਮੇਂ ਦੀ ਸਹਿਣਸ਼ੀਲਤਾ ਹੁੰਦੀ ਹੈ, ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਹਦੀਆਂ ਉਦਾਹਰਨਾਂ ਨੇ। ਨੈਕਸਟ ਆ ਘੱਟ ਸਮੇਂ ਦੀ ਸਹਿਣਸ਼ੀਲਤਾ ਦੀਆਂ ਦੌੜਾਂ ਕਿਹੜੀਆਂ ਕਿਹੜੀਆਂ ਨੇ? ਇਹਨਾਂ ਦੇ ਵਿੱਚ ਛੋਟੀ ਦੂਰੀ ਦੀਆਂ ਦੌੜਾਂ, ਜਿਵੇਂ ਕਿ 100 ਮੀਟਰ ਦੀ, 200 ਮੀਟਰ ਦੀ ਅਤੇ 400 ਮੀਟਰ ਦੀ, ਇਹ ਕਿਹੜੀਆਂ ਘੱਟ ਸਮੇਂ ਦੀ ਸਹਿਣਸ਼ੀਲਤਾ ਦੀਆਂ ਨੇ। ਅਤੇ ਮੱਧ ਸਮੇਂ ਦੀ ਕਿਹੜੀਆਂ ਆ ਜਾਣਗੀਆਂ? 2 ਤੋਂ 10 ਮਿੰਟ ਤੱਕ ਜਿਹੜੀਆਂ ਕਿ ਖਤਮ ਹੁੰਦੀਆਂ ਨੇ ਮੁਕਾਬਲੇ। ਅਤੇ 28 ਆ ਉਹ ਮੁਕਾਬਲੇ ਜੋ 2 ਤੋਂ 10 ਮਿੰਟ ਵਿੱਚ ਖਤਮ ਹੁੰਦੇ ਨੇ, ਉਹ ਕਿਹੜੀ ਸਹਿਣਸ਼ੀਲਤਾ ਦੇ ਪ੍ਰਤੀਕ ਨੇ? ਤਾਂ ਫਿਰ ਤੋਂ ਇਹਦਾ ਆਨਸਰ ਤਾਂ ਆਪਾਂ ਨੂੰ ਉੱਪਰ ਹੀ ਪਤਾ ਲੱਗ ਗਿਆ ਸੀ। ਇਹ ਆਪਾਂ ਨੂੰ ਪਤਾ ਲੱਗ ਰਿਹਾ ਸੀ ਕਿ 2 ਤੋਂ 10 ਮਿੰਟ ਦੇ ਵਿੱਚ ਜਿਹੜੇ ਖਤਮ ਹੁੰਦੇ ਨੇ ਉਹ ਮੱਧ ਸਮੇਂ ਦੀ ਸਹਿਣਸ਼ੀਲਤਾ ਹੁੰਦੇ ਨੇ। ਮਤਲਬ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਆਨਸਰ ਤੋਂ ਵੀ ਕੁਐਸਚਨ ਰੈਡੀ ਹੁੰਦਾ। ਦੇਖੋ ਹੁਣ ਜਿਵੇਂ ਆਹ ਆਨਸਰ ਸੀ, ਆਨਸਰ ਤੋਂ ਇਹਨਾਂ ਨੇ ਕੁਐਸਚਨ ਬਣਾਤਾ, ਤਾਂ ਹੁਣ ਇੱਥੇ ਜੋ ਇਹਦਾ ਕੁਐਸਚਨ ਸੀ ਉਹਦਾ ਆਨਸਰ ਆਪਾਂ ਦੇਵਾਂਗੇ। ਇਹ ਕੀ ਆ? ਜਿਹੜੇ 2 ਤੋਂ 10 ਮਿੰਟ ਦੇ ਵਿੱਚ ਖਤਮ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਮੱਧ ਸਮੇਂ ਦੀ ਸਹਿਣਸ਼ੀਲਤਾ। ਨੈਕਸਟ ਕੁਐਸਚਨ ਆ 29 ਤੇ 5000 ਮੀਟਰ ਤੇ 10000 ਮੀਟਰ ਦੇ ਦੌੜਾਕਾਂ ਵਿੱਚ ਕਿਹੜੀ ਸਹਿਣਸ਼ੀਲਤਾ ਜ਼ਿਆਦਾ ਹੋਣੀ ਚਾਹੀਦੀ ਹੈ? ਤਾਂ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਆ ਲੰਬੇ ਸਮੇਂ ਦੀ ਸਹਿਣਸ਼ੀਲਤਾ। ਲੰਬੇ ਸਮੇਂ ਦੀ ਸਹਿਣਸ਼ੀਲਤਾ। ਹੁਣ ਲੰਬੇ ਸਮੇਂ ਦੀ ਸਹਿਣਸ਼ੀਲਤਾ ਵਿੱਚ ਕਿਹੜੀਆਂ ਦੌੜਾਕਾਂ ਹੁੰਦੀਆਂ ਨੇ? 5000 ਤੋਂ 10000 ਮੀਟਰ। ਨੈਕਸਟ ਆ ਮੱਧ ਸਮੇਂ ਦੀ ਸਹਿਣਸ਼ੀਲਤਾ ਕਿਸ ਸਹਿਣਸ਼ੀਲਤਾ ਦਾ ਹਿੱਸਾ? ਤਾਂ ਉਹ ਕਿਰਿਆ ਦੇ ਸਮੇਂ ਅਨੁਸਾਰ ਸਹਿਣਸ਼ੀਲਤਾ। ਤਾਂ ਇਹ ਹੈਗੀ ਕਿਰਿਆ ਦੇ ਸਮੇਂ ਅਨੁਸਾਰ ਸਹਿਣਸ਼ੀਲਤਾ। ਨੈਕਸਟ ਆ ਜਟਿਲ ਅਭਿਆਸ ਤੋਂ ਬਿਨਾਂ, ਜਟਿਲ ਅਭਿਆਸ ਤੋਂ ਬਾਅਦ ਕਿੰਨੇ ਪ੍ਰਤੀਸ਼ਤ ਰਫਤਾਰ ਵਿਕਸਿਤ ਕੀਤੀ ਜਾ ਸਕਦੀ ਹੈ? ਤਾਂ ਕੀਤੀ ਜਾ ਸਕਦੀ ਹੈ 20%। 20%। ਜਟਿਲ ਅਭਿਆਸ ਤੋਂ ਬਾਅਦ ਕਿੰਨੇ ਪ੍ਰਤੀਸ਼ਤ ਰਫਤਾਰ ਕੀਤੀ ਜਾ ਸਕਦੀ ਹੈ ਵਿਕਸਿਤ? ਉਹ 20%। ਇੰਜਣ ਯੋਗਤਾ ਕੀ ਹੈ? ਤਾਂ ਇਹ ਇੱਕਦਮ ਰਫਤਾਰ ਬਣਾ ਕੇ ਉਸ ਨੂੰ ਉਸੇ ਸਥਿਤੀ ਵਿੱਚ ਬਣਾਏ ਰੱਖਣ ਦੀ ਯੋਗਤਾ। ਮਤਲਬ ਕਿ ਜਦੋਂ ਇੱਕਦਮ ਰਫਤਾਰ ਬਣਾ ਕੇ ਉਸ ਨੂੰ ਉਸੇ ਸਥਿਤੀ ਦੇ ਵਿੱਚ ਬਣਾਏ ਰੱਖਣ ਦੀ ਯੋਗਤਾ ਕੀ ਕਹਾਉਂਦੀ ਹੈ? ਇੰਜਣ ਯੋਗਤਾ। ਜਿਵੇਂ ਕਿ ਹੁਣ ਇਹਦੇ ਐਗਜ਼ਾਮਪਲਸ ਨੇ, ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀਟਰ, 200 ਮੀਟਰ, 400 ਮੀਟਰ, ਇਹਦੀਆਂ ਉਦਾਹਰਨਾਂ ਨੇ। ਠੀਕ ਹੈ, ਜਿਵੇਂ ਇਹ ਕੁਐਸਚਨ ਅੱਗੇ ਬਣ ਸਕਦਾ ਕਿ 100 ਮੀਟਰ, 200 ਮੀਟਰ, 400 ਮੀਟਰ ਕਿਹਦੀਆਂ ਉਦਾਹਰਨਾਂ ਨੇ? ਅਤੇ ਇੰਜਣ ਯੋਗਤਾ ਦੀਆਂ ਨੇ। ਜਾਂ ਇੱਕਦਮ ਰਫਤਾਰ ਬਣਾ ਕੇ ਉਸੇ ਸਥਿਤੀ ਦੇ ਵਿੱਚ ਬਣਾਏ ਰੱਖਣ ਦੀ ਯੋਗਤਾ ਨੂੰ ਕੀ ਕਹਿੰਦੇ ਨੇ? ਇੰਜਣ ਯੋਗਤਾ ਕਹਿੰਦੇ ਨੇ। ਨੈਕਸਟ ਆ ਤਾਕਤ ਸਹਿਣਸ਼ੀਲਤਾ ਕੀ ਆ? ਕੁਐਸਚਨ ਨੰਬਰ 33, ਤਾਕਤ ਸਹਿਣਸ਼ੀਲਤਾ ਕੀ ਹੈ? ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿੱਚ ਖਿਡਾਰੀ ਆਪਣੀ ਯੋਗਤਾ ਨੂੰ ਖੇਡ ਕੇ ਆਖਰੀ ਪੜਾਅ ਤੱਕ ਆ ਜਿਹੜੇ ਕਿ ਬਣਾਈ ਰੱਖਦਾ, ਆਖਰੀ ਪੜਾਅ ਤੱਕ ਬਣਾ ਕੇ ਰੱਖਦਾ, ਉਹ ਹੁੰਦੀ ਰਫਤਾਰ ਸਹਿਣਸ਼ੀਲਤਾ। ਨੈਕਸਟ ਆ 34, ਸ਼ਟਲ ਰਨ, ਪੋਲੀਮੀਟਰਿਕ ਜੰਪ ਤੇ ਟੈਕ ਜੰਪ ਸਰੀਰਕ ਤੰਦਰੁਸਤੀ ਦੇ ਕਿਹੜੇ ਅੰਗਾਂ ਦੇ ਸੁਧਾਰ ਲਈ ਕਰਵਾਏ ਜਾਂਦੇ ਨੇ? ਤਾਂ ਇਹ ਕਰਵਾਏ ਜਾਂਦੇ ਨੇ ਫੁਰਤੀ ਦੇ ਲਈ। ਨੈਕਸਟ ਹੈ 35, ਗ੍ਰਹਿਣ ਯੋਗਤਾ ਕੀ ਆ? ਇਹ ਵਿਅਕਤੀ ਦੀ ਉਹ ਯੋਗਤਾ ਜਿਸ ਵਿੱਚ ਉਹ ਪਰਿਸਥਿਤੀ ਨੂੰ ਸਮਝ ਕੇ ਉਸ ਵਿੱਚ ਪ੍ਰਭਾਵੀ ਪਰਿਵਰਤਨ ਲਿਆਵੇ, ਮਤਲਬ ਕਿ ਸਥਿਤੀ ਨੂੰ ਸਮਝ ਕੇ ਉਸ ਦੇ ਵਿੱਚ ਚੇਂਜਸ ਲੈ ਕੇ ਆਵੇ। ਉਦਾਹਰਨ ਦੇ ਤੌਰ 'ਤੇ ਜਿਵੇਂ ਬਾਸਕਟਬਾਲ ਦੇ ਵਿੱਚ ਜੰਪ ਸ਼ਾਟ ਕਿਰਿਆ ਦੇ ਅਨੁਕੂਲਨ ਬਣਾਉਣਾ ਆਦਿ। ਅਤੇ ਇਸ ਤੋਂ ਇਲਾਵਾ 2 ਮਾਰਕਸ ਦੇ ਵਿੱਚੋਂ ਜਿਹੜੇ ਕਿ ਵਨ ਲਾਈਨਰਸ ਬਣ ਸਕਦੇ ਨੇ ਕੁਐਸਚਨਸ, ਜਿਵੇਂ MCQ ਸਰੀਰਕ ਯੋਗਤਾ, ਇਹਦੇ ਫਿਰ ਤੋਂ ਡੈਫੀਨੇਸ਼ਨ ਆ ਗਈ। ਇਹ ਡੈਫੀਨੇਸ਼ਨ ਦਿੱਤੀ ਹੈ ਬੂਚਰ ਅਤੇ ਪ੍ਰੈਂਟਿਸ ਨੇ।
ਪ੍ਰੈਂਟਿਸ ਨੇ ਦਿੱਤੀ ਆ। ਜਿਵੇਂ ਸਰੀਰਕ ਤੰਦਰੁਸਤੀ ਇੱਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ। ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿੱਚ ਕੁਸ਼ਲਤਾ ਪ੍ਰਦਰਸ਼ਨ ਤੋਂ ਹੈ। ਜਿਵੇਂ ਸਰੀਰਕ ਤੰਦਰੁਸਤੀ ਤੋਂ ਭਾਵ ਕੀ ਹੈ, ਅਭਿਆਸ ਦੇ ਵਿੱਚ ਕੁਸ਼ਲਤਾ ਪੂਰਵਕ ਪ੍ਰਦਰਸ਼ਨ ਤੋਂ ਹੈ। ਸਰੀਰਕ ਯੋਗਤਾ ਦੇ ਮਹੱਤਵ ਕਿਹੜੇ ਕਿਹੜੇ ਨੇ? ਸੰਪੂਰਨ ਸਿਹਤ ਦਾ ਸੁਧਾਰ, ਭਾਰ ਪ੍ਰਬੰਧਨ, ਤੁਸੀਂ ਰੀਡ ਕਰ ਲਿਓ। ਤੇ ਸਹਿਣਸ਼ੀਲਤਾ ਦੀ ਪਰਿਭਾਸ਼ਾ ਦਿੱਤੀ ਹੈ ਕਿ ਇਹਨਾਂ ਨੇ ਬੈਰੋ ਤੇ ਮੈਕੈਜੀ ਨੇ ਇਹਨਾਂ ਨੇ ਦਿੱਤੀ ਹੈ ਦੇ ਅਨੁਸਾਰ ਹੈ ਜਿਹੜੀ ਕਿ ਸਹਿਣਸ਼ੀਲਤਾ ਇੱਕ ਸਮੇਂ ਮਿਆਦ ਵਿੱਚ ਵਿਅਕਤੀ ਦੀ ਗਤੀ ਨੂੰ ਬਣਾਏ ਰੱਖਣ ਦੀ ਸਰੀਰਕ ਯੋਗਤਾ ਹੁੰਦੀ ਹੈ। ਅੱਗੇ ਵਿਸਫੋਟਕ ਤਾਕਤ ਤੁਸੀਂ ਕੀ ਸਮਝਦੇ ਹੋ? ਇਹ ਗਤੀ ਤੇ ਤਾਕਤ ਦਾ ਮਿਸ਼ਰਣ। ਰਿਪੀਟ ਹੋ ਗਿਆ ਇਹ ਕੁਐਸਚਨ। ਹੁਣ ਇੱਕ ਇਹ ਦੇਖ ਲਓ ਕੁਐਸਚਨਸ, ਗਤੀ ਕੀ ਹੈ ਤੇ ਤਾਕਤ ਕੀ ਹੈ? ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿੱਚ ਤੇਜ਼ੀ ਲਿਆਉਣ ਤੋਂ, ਮਤਲਬ ਕਿ ਜਦੋਂ ਸਰੀਰ ਦੇ ਅੰਗਾਂ ਦੇ ਵਿੱਚ ਤੇਜ਼ੀ ਲਿਆਈ ਜਾਂਦੀ ਤਾਂ ਕੀ ਹੁੰਦੀ ਹੈ? ਗਤੀ ਹੁੰਦੀ ਹੈ। ਇਹ ਗਤੀ ਭਾਵੇਂ ਦੌੜਾਕ ਦੀਆਂ ਲੱਤਾਂ ਦੇ ਵਿੱਚ ਹੋਵੇ ਜਾਂ ਫਿਰ ਸ਼ਾਰਟ ਪੁੱਟ ਲਗਾਉਣ ਵਾਲੇ ਦੀਆਂ ਬਾਹਾਂ ਦੀ ਹੋਵੇ, ਮਤਲਬ ਕਿ ਜਦੋਂ ਇੱਕੋ ਦਮ ਤੇਜ਼ੀ ਲਿਆਵੇ। ਤਾਂ ਨੈਕਸਟ ਆ ਤਾਕਤ, ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਵਿਰੁੱਧ ਬਲ ਪੈਦਾ ਕਰਦੇ ਉਸ ਨੂੰ ਤਾਕਤ ਕਹਿੰਦੇ ਨੇ। ਨੈਕਸਟ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਕਿਹੜੇ ਨੇ? ਸਰੀਰਕ ਕਿਰਿਆ ਦੀ ਬਣਤਰ, ਮਨੋਵਿਗਿਆਨਿਕ ਕਾਰਕ। ਤੇ ਪ੍ਰਤੀਕਿਰਿਆ ਰਫਤਾਰ ਕੀ ਹੈ? ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕਿਰਿਆ ਕਰਨ ਦੀ ਯੋਗਤਾ ਹੁੰਦੀ ਹੈ, ਮਤਲਬ ਕਿ ਜਦੋਂ ਕੋਈ ਸਿਗਨਲ ਮਿਲਿਆ ਤੁਰੰਤ ਪ੍ਰਤੀਕਿਰਿਆ ਕਰੀ ਜਾਂਦੀ ਹੈ, ਉਹਨੂੰ ਕੀ ਕਹਿੰਦੇ ਨੇ? ਪ੍ਰਤੀਕਿਰਿਆ ਰਫਤਾਰ। ਇਸ ਦੇ ਵਿੱਚ ਜਿਹੜੀ ਕਿ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕਿਰਿਆ ਕਰਦਾ, ਜਿਵੇਂ ਕਿ ਕੱਚ ਦੀ ਸੀਟੀ ਵੱਜਣ ਦੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ। ਇੱਥੇ ਕੋਚ ਹੋਊਗਾ, ਸਟੂਡੈਂਟ ਗਲਤ ਲਿਖਿਆ ਹੋਇਆ, ਕੋਚ ਆਊਗਾ, ਕੋਚ ਦੀ ਸੀਟੀ। ਨੈਕਸਟ ਹੈ ਫੁਰਤੀ ਤੋਂ ਕੀ ਭਾਵ ਆ? 14 ਨੰਬਰ 'ਤੇ ਫੁਰਤੀ ਨਿਯੰਤਰਣ ਦੇ ਵਿੱਚ ਰਹਿ ਕੇ ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿੱਚ ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ। ਮਤਲਬ ਕਿ ਉਹ ਕੀ ਹੁੰਦੀ ਆ ਵੀ ਜਦੋਂ ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਦੇ ਵਿੱਚ ਪਰਿਵਰਤਨ ਲਿਆਉਣ ਦੀ ਯੋਗਤਾ ਕੀ ਹੁੰਦੀ ਹੈ? ਫੁਰਤੀ ਹੁੰਦੀ ਹੈ। ਸਰੀਰਕ ਤੰਦਰੁਸਤੀ ਦੀ ਪਰਿਭਾਸ਼ਾ ਡੇਵਿਡ ਆਰ ਲੈਮ ਦੇ ਅਨੁਸਾਰ ਆ, ਸਰੀਰਕ ਤੰਦਰੁਸਤੀ ਜੀਵਨ ਤੇ ਮੌਜੂਦਾ ਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਯੋਗਤਾ। ਸਰੀਰਕ ਯੋਗਤਾ ਦੇ ਅੰਗ ਤੁਹਾਨੂੰ ਪਹਿਲਾਂ ਹੀ ਦੱਸਦੇ ਸੀ ਮੈਂ ਇਹ। ਹੁਣ ਥੋੜੇ ਕੁਐਸਚਨਸ ਦੇਖ ਲਓ ਵੀ ਤਾਕਤ ਦੇ ਜਿਹੜੇ ਕਿ ਪ੍ਰਕਾਰ ਨੇ, ਟਾਈਪਸ ਆਫ ਸਟਰੈਂਥ, ਦੋ ਨੇ, ਗਤੀਸ਼ੀਲ ਤੇ ਸਥਿਰ। ਤੇ ਹੁਣ ਗਤੀਸ਼ੀਲ ਤਾਕਤ ਨੂੰ ਜਿਹੜੇ ਕਿ ਆਈਸੋਟੋਨਿਕ ਤਾਕਤ ਵੀ ਕਿਹਾ ਜਾਂਦਾ, ਠੀਕ ਹੈ, ਤੇ ਗਤੀਸ਼ੀਲ ਨੂੰ ਡਾਇਨੇਮਿਕ ਵੀ ਲਿਖਿਆ ਸਕਦਾ, ਤੇ ਆਈਸੋਮੀਟ੍ਰਿਕ ਇਹ ਸਥਿਰ ਤਾਕਤ ਨੇ ਜਿਸ ਨੂੰ ਸਟੈਟਿਕ ਵੀ ਲਿਖਿਆ ਸਕਦਾ, ਠੀਕ ਹੈ। ਤੇ ਅੱਗੇ ਤੁਸੀਂ ਰੀਡ ਕਰ ਲਿਓ ਅਗਰ ਤੁਸੀਂ ਕਰਨਾ ਹੋਵੇ ਵੀ ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਅੱਗੇ ਵੈਸੇ ਤਾਂ ਕੁਐਸਚਨਸ ਦੇ ਵਿੱਚ ਆਏ ਗਏ ਸਾਰੇ। ਤੇ ਇੱਕ ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਇੱਥੇ ਇਹਨਾਂ ਨੇ 3 ਟਾਈਪਸ ਦੇ ਬਣਾ ਰੱਖੇ, ਉੱਥੇ ਆਨਸਰ 2 ਦਿੱਤਾ ਹੋਇਆ ਸੀ, ਤੁਸੀਂ ਦੇਖ ਲਿਓ ਆਪਣਾ। ਸੁਸਤ ਲਚਕ, ਪੈਸਿਵ ਫਲੈਕਸੀਬਿਲਿਟੀ, ਚੁਸਤ ਲਚਕ, ਐਕਟਿਵ ਫਲੈਕਸੀਬਿਲਿਟੀ, ਡਾਇਨੇਮਿਕ ਲਚਕ, ਡਾਇਨੇਮਿਕ ਫਲੈਕਸੀਬਿਲਿਟੀ, ਇਹ ਨੇ। ਨੈਕਸਟ ਆ ਜਿਵੇਂ ਰਫਤਾਰ ਕਿੰਨੇ ਪ੍ਰਕਾਰ ਦੇ ਹੁੰਦੇ ਆ? ਰਫਤਾਰ ਦੇ ਜਿਹੜੇ ਕਿ 5 ਪ੍ਰਕਾਰ ਦੱਸੇ ਹੋਏ ਨੇ। 5 ਪ੍ਰਕਾਰ ਦੇਖੋ, ਪ੍ਰਤੀਕਿਰਿਆ ਰਫਤਾਰ, ਤੇਜ਼ ਰਫਤਾਰ ਦੀ ਯੋਗਤਾ, ਲੋਕੋਮੋਟਰ ਜਾਂ ਗਮਨ ਦੀ ਯੋਗਤਾ, ਠੀਕ ਹੈ, ਗਤੀ ਮੀਲ ਰਫਤਾਰ ਤੇ ਸਹਿਣਸ਼ੀਲਤਾ ਰਫਤਾਰ ਆ ਜਿਹੜੇ ਕਿ 3 ਪ੍ਰਕਾਰ ਦੀ ਹੈ। ਥੈਂਕਸ ਸਟੂਡੈਂਟਸ, ਤੁਸੀਂ ਬਾਕੀ ਜਿਹੜੇ ਕਿ ਸਾਰੇ ਵੀਡੀਓਜ਼ ਦੇਖ ਲਿਓ। ਥੈਂਕਸ।